ਬਿਸਮਿਲ੍ਲਾਹਿਰਰਹਿਮਾनिर्रहीम नाज़रीन अस्सलाम वालेकुम। ਤੁਸੀਂ ਦੇਖਦੇ ਪਏ ਹੋ ਨਿਊਜ਼ ਟਾਈਮ ਤੇ ਨਿਊਜ਼ ਟਾਈਮ ਦੀਆਂ ਵੱਡੀਆਂ ਖਬਰਾਂ ਹੈ। ਸਭ ਤੋਂ ਪਹਿਲੀ ਖਬਰ ਅਲੀ ਮੀਰ ਗੰਡਾਪੁਰ ਕੋਲੋਂ ਇਮਰਾਨ ਖਾਨ ਨੇ ਅਸਤੀਫਾ ਲੈ ਲਿਆ ਤੇ ਨਾਮ ਵੀ ਨਾਮਜ਼ਦ ਕਰ ਦਿੱਤਾ। ਸੇਲ ਅਫਰੀਦੀ ਨਏ ਵਜ਼ੀਰ ਆਲਾ ਹੋਣਗੇ, ਜਦਕਿ ਇਹਦੇ ਦੇ ਬਾਰੇ ਵਿੱਚ ਸਲਮਾਨ ਅਕਰਮ ਰਾਜਾ ਨੇ ਤਸਦੀਕ ਕੀਤੀ। ਉਹਨਾਂ ਨੇ ਕਿਹਾ ਔਰੰਗਜ਼ੇਬ ਫੌਜੀ ਜਵਾਨਾਂ ਦੀ ਸ਼ਹਾਦਤ ਤੇ ਇਮਰਾਨ ਖਾਨ ਨੇ ਗੰਡਾਪੁਰ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸੈਕਟਰੀ ਜਨਰਲ ਸਲਮਾਨ ਅਕਰਮ ਰਾਜਾ ਨੇ ਆਖਿਆ ਹੈ ਕਿ ਇਮਰਾਨ ਖਾਨ ਨੇ KPK ਦੇ ਵਿੱਚ ਫੌਜ ਤੇ ਅੱਜ ਵੱਡੇ ਹਮਲੇ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਆਖਿਆ ਹੈ ਕਿ ਅਲੀ ਮੀਰ ਗੰਡਾਪੁਰ ਇਸ ਸੂਰਤ-ਏ-ਹਾਲ ਦਾ ਜ਼ਿੰਮੇਦਾਰ ਹੈ, ਇਹਨੂੰ ਅਹੁਦੇ ਤੇ ਮਜ਼ੀਦ ਨਹੀਂ ਰਹਿਣਾ ਚਾਹੀਦਾ। ਤੇ ਉਸ ਤੋਂ ਇਲਾਵਾ ਜਿਹੜਾ ਹੈ ਵਜ਼ੀਰ ਆਲਾ ਖੈਬਰ ਪਖਤੂਨਖਵਾ ਅਲੀ ਮੀਰ ਗੰਡਾਪੁਰ ਨੇ ਅਸਤੀਫਾ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ। ਅਲੀ ਮੀਰ ਗੰਡਾਪੁਰ ਨੇ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਆਇਆ ਆਖਿਆ ਹੈ ਕਿ ਇਮਰਾਨ ਖਾਨ ਦੇ ਹੁਕਮ ਤੇ ਵਜ਼ਾਰਤ ਦੇ ਅਹੁਦੇ ਤੋਂ ਮੁਸਤਾਫੀ ਹੋ ਰਿਹਾ ਵਾਂ। ਹੁਣ ਇਮਰਾਨ ਖਾਨ ਦੀ ਰਿਹਾਈ ਤੇ ਪਾਰਟੀ ਪਾਲਿਸੀ ਦੇ ਵਾਸਤੇ ਇੱਕ ਹੋ ਕੇ ਅੱਗੇ ਵਧਾਂਗੇ। ਤੇ ਦੂਸਰੀ ਵੱਡੀ ਖਬਰ ਹੈ ਵੇ ਕਿ ਸੇਲ ਅਫਰੀਦੀ ਸਭ ਤੋਂ ਕਮ ਤਰੀਨ ਉਮਰ ਦਾ ਵਜ਼ੀਰ ਆਲਾ ਦਾ ਇਜਾਜ਼ ਹਾਸਲ ਕਰ ਲੈਣਗੇ। ਖੈਬਰ ਪਖਤੂਨਖਵਾ ਦੇ ਵਿੱਚ ਨਾਮਜ਼ਦ ਵਜ਼ੀਰ ਆਲਾ ਮੁਹੰਮਦ ਸੇਲ ਅਫਰੀਦੀ ਨੂੰ ਸੂਬੇ ਦੇ ਵਿੱਚ ਸਭ ਤੋਂ ਘੱਟ ਉਮਰ ਦਾ ਵਜ਼ੀਰ ਆਲਾ ਬਣਨ ਦਾ ਇਜਾਜ਼ ਹਾਸਲ ਹੋਏਗਾ। ਨਾਲ ਇਹ ਵੀ ਇਜਾਜ਼ ਹਾਸਲ ਹੋਏਗਾ ਕਿ ਕਬਾਇਲੀ ਇਲਾਕਿਆਂ 'ਚੋਂ ਬਣਨ ਵਾਲੇ ਉਹ ਪਹਿਲੇ ਵਜ਼ੀਰ ਆਲਾ ਹੋਣਗੇ। ਤੇ ਇਸ ਤੋਂ ਇਲਾਵਾ ਖੌਫਨਾਕ ਖਬਰ, ਪਾਕ ਫੌਜ ਦਾ ਔਰੰਗਜ਼ੇਬ ਦੇ ਵਿੱਚ ਆਪਰੇਸ਼ਨ, ਭਾਰਤੀ ਹਮਾਇਤ ਯਾਫਤਾ 9 ਦਹਿਸ਼ਤਗਰਦ ਹਲਾਕ ਤੇ ਲੈਫਟੀਨੈਂਟ ਕਰਨਲ ਤੇ ਮੇਜਰ ਸਮੇਤ 11 ਜਵਾਨ ਸ਼ਹੀਦ ਹੋ ਗਏ ਨੇ। ਜ਼ਿਲ੍ਹਾ ਔਰੰਗਜ਼ੇਬ ਦੇ ਵਿੱਚ ਸਿਕਿਉਰਿਟੀ ਫੋਰਸਿਸ ਨੇ ਖੁਫੀਆ ਮਾਲੂਮਾਤ ਦੇ ਬੁਨਿਆਦ ਤੇ ਆਪਰੇਸ਼ਨ ਕਰਦੇ ਆਇਆ ਭਾਰਤੀ ਹਮਾਇਤ ਯਾਫਤਾ 19 ਖਾਰਿਜ ਨੂੰ ਹਲਾਕ ਕੀਤਾ ਹੈ। ਫਾਇਰਿੰਗ ਦੇ ਤਬਾਦਲੇ ਦੇ ਨਾਲ ਲੈਫਟੀਨੈਂਟ ਕਰਨਲ ਤੇ ਮੇਜਰ ਸਮੇਤ 11 ਜਵਾਨ ਸ਼ਹੀਦ ਹੋ ਗਏ ਨੇ। ਤੇ ਉਸ ਤੋਂ ਇਲਾਵਾ ਸੋਨੇ ਦੀਆਂ ਕੀਮਤਾਂ ਅਸਮਾਨ ਨਾਲ ਲੱਗ ਗਈਆਂ ਨੇ। ਸੋਨੇ ਦੀ ਕੀਮਤ ਦੇ ਵਿੱਚ ਤਰੀਕ ਸਾਜ਼ ਇਜ਼ਾਫਾ ਹੋ ਗਿਆ ਹੈ। ਬੈਨ ਅਲ-ਅਕਵਾਮੀ ਮਾਰਕੀਟ ਦੇ ਵਿੱਚ 30 ਔਂਸ ਸੋਨੇ ਦੀ ਕੀਮਤ ਅਚਾਨਕ $84 ਦੇ ਵੱਡੇ ਇਜ਼ਾਫੇ ਦੇ ਨਾਲ $4039 ਦੀ ਨਵੀਂ ਬੁਲੰਦ ਸਤ੍ਹਾ ਤੇ ਆ ਗਈ ਹੈ, ਜਿਹਦੇ ਬਾਅਦ ਮਕਾਮੀ ਸਤ੍ਹਾ ਤੇ ਸਰਾਫਾ ਬਾਜ਼ਾਰਾਂ ਨੇ 30 ਤੋਲੇ ਦੀ ਕੀਮਤ $8,400 ਤੇ ਇਜ਼ਾਫੇ ਦੇ ਨਾਲ $4,25,178 ਦੀ ਨਈ ਬੁਲੰਦ ਸਤ੍ਹਾ ਤੇ ਇਸ ਟਾਈਮ ਸੋਨੇ ਦੀ ਕੀਮਤ ਆ ਗਈ ਹੈ। ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਦਾ ਪੰਜਾਬ ਦੇ ਵਿੱਚ ਬਲਦਿਆਤੀ ਇਲੈਕਸ਼ਨ ਕਰਾਉਣ ਦਾ ਫੈਸਲਾ। ਚੀਫ ਇਲੈਕਸ਼ਨ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਨੇ 4 ਰੁਕਨੀ ਬੈਂਚ ਦੇ ਨਾਲ ਪੰਜਾਬ ਦੇ ਵਿੱਚ ਬਲਦਿਆਤੀ ਇੰਤਖਾਬਾਤ ਦੀ ਤਹਿਰੀਕ ਦੇ ਮੁਤਲਕ ਕੇਸ ਸਮਾਅਤ ਦੇ ਬਾਅਦ ਫੈਸਲਾ ਮਹਿਫੂਜ਼ ਕੀਤਾ ਸੀ। ਇਲੈਕਸ਼ਨ ਕਮਿਸ਼ਨ ਦੇ ਫੈਸਲੇ ਦੇ ਮੁਤਾਬਕ ਇੰਤਖਾਬਾਤ ਦਸੰਬਰ ਦੇ ਆਖਰੀ ਹਫਤੇ 2022 ਦੇ ਬਲਦਿਆਤੀ ਕਾਨੂੰਨ ਦੇ ਮੁਤਾਬਕ ਹੋਣਗੇ। ਤੇ ਇਟਲੀ ਦੀ ਵਜ਼ੀਰ ਆਜ਼ਮ ਦੇ ਖਿਲਾਫ ਆਲਮੀ ਫੌਜਦਾਰੀ ਅਦਾਲਤ ਵਿੱਚ ਮੁਕੱਦਮਾ ਦਰਜ ਹੋ ਗਿਆ ਜੀ। ਬੈਨ ਅਲ-ਅਕਵਾਮੀ ਫੌਜਦਾਰੀ ਅਦਾਲਤ ਨੇ ਦੇ ਵਿੱਚ ਦਾਇਰ ਮੁਕੱਦਮੇ ਦੇ ਵਿੱਚ ਇਟਲੀ ਦੀ ਵਜ਼ੀਰ ਆਜ਼ਮ ਜੋਰਜੀਆ ਮੈਲੋਨੀ ਤੇ ਗਜ਼ਾ ਦੇ ਫਲਸਤੀਨੀਆਂ ਦੀ ਨਸਲਕਸ਼ੀ ਦੇ ਵਿੱਚ ਇਸਰਾਈਲ ਨੂੰ ਅਸਲਾ ਫਰਾਹਮ ਕਰਨ ਦੀ ਮਾਵਨਤ ਦਾ ਇਲਜ਼ਾਮ ਆਇਦ ਕੀਤਾ ਹੈ। ਤੇ ਆਲਮੀ ਖਬਰਸਾਰ ਅਦਾਰੇ ਦੇ ਮੁਤਾਬਕ ਇਟਲੀ ਦੀ ਵਜ਼ੀਰ ਆਜ਼ਮ ਜੋਰਜੀਆ ਮੈਲੋਨੀ ਨੇ ਤਸਦੀਕ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਇਹ ਮੁਕੱਦਮਾ 1 ਅਕਤੂਬਰ ਨੂੰ 50 ਵਕਲਾਂ ਨੇ ਦਾਇਰ ਕੀਤਾ ਹੈ। ਤੇ ਉਸ ਤੋਂ ਇਲਾਵਾ ਭਾਰਤ ਦੇ ਵਿੱਚ ਮਿੱਟੀ ਦਾ ਤੋਦਾ ਡਿੱਗਣ ਨਾਲ ਬੱਸ ਦੇ ਉੱਤੇ ਡਿੱਗਣ ਨਾਲ 18 ਜਿਹੜੇ ਨੇ ਮੁਸਾਫਰ ਉਹ ਹਲਾਕ ਹੋ ਗਏ ਨੇ। ਭਾਰਤੀ ਸ਼ਮਾਲੀ ਰਿਆਸਤ ਹਿਮਾਚਲ ਪ੍ਰਦੇਸ਼ ਦੇ ਵਿੱਚ ਸ਼ਦੀਦ ਬਾਰਿਸ਼ਾਂ ਦੀ ਵਜ੍ਹਾ ਨਾਲ ਖਤਰਨਾਕ ਲੈਂਡਸਲਾਈਡਿੰਗ ਹੋਈ, ਜਿਹਦੇ ਨਾਲ ਅਚਾਨਕ ਮਿੱਟੀ ਦਾ ਤੋਦਾ ਡਿੱਗਿਆ ਤੇ ਮੁਸਾਫਰ ਬੱਸ ਉਹਦੀ ਲਪੇਟ 'ਚ ਆ ਗਈ। ਭਾਰਤੀ ਮੀਡੀਆ ਦੇ ਮੁਤਾਬਕ ਇਹ ਹਾਦਸਾ ਬੈਲਾਪੁਰ ਦੇ ਕਰੀਬ ਪਹਾੜੀ ਦੇ ਇਲਾਕੇ ਵਿੱਚ ਪੇਸ਼ ਆਇਆ। ਅਚਾਨਕ ਪਹਾੜ ਦਾ ਵੱਡਾ ਹਿੱਸਾ ਜ਼ਮੀਨ ਤੇ ਆ ਡਿੱਗਾ। ਉਸ ਤੋਂ ਇਲਾਵਾ ਜਰਮਨੀ ਦੇ 9 ਮੁਤਹਿਮ ਮੇਅਰ ਚਾਕੂ ਹਮਲੇ ਦੇ ਨਾਲ ਸ਼ਦੀਦ ਜ਼ਖਮੀ ਹੋ ਗਏ ਨੇ ਤੇ ਤਸ਼ਵੀਸ਼ਨਾਕ ਹਾਲਤ ਵਿੱਚ ਉਹਨਾਂ ਨੂੰ ਹਸਪਤਾਲ ਦਾਖਲ ਕਰ ਦਿੱਤਾ ਗਿਆ ਹੈ। ਜਰਮਨੀ ਦੇ ਸ਼ਹਿਰ ਹੈਰੋ ਦੇ 9 ਮੁੰਤਖਬ ਆਇਰਸ ਸਟਾਲਰ ਚਾਕੂ ਹਮਲੇ ਦੇ ਨਾਲ ਸ਼ਦੀਦ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਤਸ਼ਵੀਸ਼ਨਾਕ ਹਾਲਤ ਹੈ ਤੇ ਉਹਨਾਂ ਨੂੰ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ ਹੈ। ਹੁਣ ਤੱਕ ਲਈ ਨਾਜ਼ਰੀਨ ਇੰਨਾ ਹੀ, ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾਹ।